परम सन्मानयोग सतगुरां दी साजी अते निवाजी गुरु प्यारी गुरु सवारी गुरु स्वरूप गुरु खालसा साध संगत जियो बहुत ही वडभागे हो जो कि संध्या काल दे सजे होए पावन पवित्र दरबारा अंदर चबर छतर तखत दे मालक गुरता गद्दी पर विराजमान दसों ही पातशाहियां दे आत्मक स्वरूप जाहरा जहूर हाजरा हजूर सर्व कला भरपूर चबर छतर तखत दे मालक धन गुरु श्री गुरु ग्रंथ साहिब महाराज साहिब जी दियां पावन पवित्र हाजरियां भर रहे हो। सजे हुए पावन पवित्र संध्या काल दे सजे दीवाना अंदर अमृत रूप चल रही लड़ीवार गुर इतिहास दी पावन कथा विचार दा समा होया। मनोबिरतियां दे ताई एकाग्र करदियां होया पावन पवित्र कल्याणकारी सतगुरां दा इतिहास गुरु जस सरवण कर लाहा प्राप्त करना करिए जी। सो कल दे दीवाना अंदर आप गुरसिख संगतां प्रसंग सरवण कीता कि धन कलगीधर पातशाह सतगुरु जी श्री आनंदपुर साहिब नगरी निवास कर रहे हैं। सतगुरां दी सूरबीरता ते बहादरी दा जस समूह अवनी तल दे उपर फैल गया है ਅਤੇ ਫਿਰ ਭੀਮ ਚੰਦ ਦੇ ਨਾਲ ਬਣੀ ਵਿਰੋਧਤਾ ਬਣੀ ਸ਼ਤਰੁਤਾ ਵੀ ਸਭ ਥਾਂ ਤੇ ਵਿਦਿਤ ਹੋ ਗਈ ਹੈ। ਸੋ ਖਾਲਸਾ ਸਾਧ ਸੰਗਤ ਸਾਰਮੌਰ ਦੇਸ਼ ਦਾ ਰਾਜਾ ਨਾਹਨਪਤੀ ਮੇਦਨੀ ਪ੍ਰਕਾਸ਼ ਜਦ ਕਲਗੀਧਰ ਪਾਤਸ਼ਾਹ ਸਤਿਗੁਰਾਂ ਦਾ ਜਸ ਸੁਣਦਾ ਹੈ ਤਾਂ ਉਹਦੇ ਮਨ ਦੇ ਵਿੱਚ ਵੀ ਗੁਰ ਦਰਸ਼ਨਾਂ ਦੀ ਅਭਿਲਾਖਾ ਤੇ ਜਿਗਿਆਸਾ ਪੈਦਾ ਹੋਈ ਹੈ। ਸਤਿਗੁਰਾਂ ਦੇ ਦਰਸ਼ਨਾਂ ਦੀ ਮੰਗ ਮਨ ਦੇ ਵਿੱਚ ਪੈਦਾ ਕਰਕੇ ਆਪਣੇ ਮੰਤਰੀ ਮੰਡਲ ਨੂੰ ਇਕੱਤਰਿਤ ਕਰਕੇ ਸਲਾਹ ਮਸ਼ਵਰਾ ਕਰਨ ਉਪਰੰਤ ਕਲਗੀਆਂ ਵਾਲੇ ਨੂੰ ਚਿੱਠੀ ਲਿਖਦਾ ਹੈ ਤੇ ਚਿੱਠੀ ਲਿਖ ਕੇ ਆਪਣਾ ਪ੍ਰਮੁੱਖ ਜਿਹੜਾ ਵਜ਼ੀਰ ਹੈ ਉਸ ਨੂੰ ਸਤਿਗੁਰਾਂ ਦੇ ਵੱਲ ਦੂਤ ਬਣਾ ਕੇ ਭੇਜਦਾ ਹੈ। ਮੇਦਨੀ ਪ੍ਰਕਾਸ਼ ਰਾਜੇ ਦਾ ਦੂਤ ਨਾਹਨ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਨਗਰੀ ਆਇਆ। ਸਤਿਗੁਰਾਂ ਦੇ ਕੋਲ ਸੂਚਨਾ ਪਹੁੰਚੀ ਹੈ ਮੇਦਨੀ ਪ੍ਰਕਾਸ਼ ਦਾ ਵਜ਼ੀਰ ਦੂਤ ਬਣ ਕੇ ਆਇਆ। ਸਤਿਗੁਰਾਂ ਨੇ ਭਾਈ ਆਨੰਦ ਚੰਦ ਨੂੰ ਹੁਕਮ ਦਿੱਤਾ ਭਾਈ ਕਿਸੇ ਤਰ੍ਹਾਂ ਦੀ ਜੀਵ ਆਇਆਂ ਵਿੱਚ ਕੋਈ ਤਰੁਟੀ ਨਾ ਰਵੇ ਤੇ ਗੁਰੂ ਹੁਕਮ ਪਾ ਕੇ ਭਾਈ ਆਨੰਦ ਚੰਦ ਜੀ ਨੇ ਤਥਾ ਕੀਤਾ। ਰਾਤ ਗੁਜਰੀ ਸਵੇਰ ਹੋਈ ਗੁਰਾਂ ਦੀਵਾਨ ਸਜਾਉਣ ਦਾ ਆਦੇਸ਼ ਦਿੱਤਾ ਤੇ ਭਾਈ ਆਨੰਦ ਚੰਦ ਜੀ ਨੇ ਗੁਰੂ ਹੁਕਮ ਪਾ ਕੇ ਤੇ ਸੋਹਣਾ ਵੱਡਾ ਪੰਡਾਲ ਸਜਵਾਇਆ ਸੋਹਣਾ ਗੁਰਾਂ ਦਾ ਦੀਵਾਨ ਲਾਇਆ। ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ। ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਬ ਕਲਗੀਧਰ ਚੱਲ ਆਏ
ਸੋ ਗੁਰੂ ਰੂਪ ਖਾਲਸਾ ਸਾਧ ਸੰਗਤ ਜਿਸ ਵੇਲੇ ਦੀਵਾਨ ਸਜ ਗਿਆ ਹੈ ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਆਪਣਾ ਜੋ ਨਿਤ ਦੀ ਕਿਰਿਆ ਕਰਨ ਉਪਰੰਤ ਜਦੋਂ ਸਮਾਧੀ ਉਥਾਨ ਹੋਏ ਸ਼ਸਤਰ ਬਸਤਰ ਧਾਰਨ ਕਰਕੇ ਪਾਤਸ਼ਾਹ ਦੀਵਾਨ ਵਿੱਚ ਚੱਲ ਕੇ ਆਏ। ਸਿੰਘਾਸਨ ਬੈਠ ਸੁਹਾਏ, ਗੁਰਤਾ ਦੇ ਸਿੰਘਾਸਨ ਦੇ ਉੱਪਰ ਬੈਠ ਕੇ ਬਹੁਤ ਸੁਹਾਏ ਸ਼ੋਭਾ ਪਾ ਰਹੇ ਹੈ। ਬਾਰ ਚਾਮਰ ਦੰਡ ਜਰਾਊ, ਇਹ ਬਹੁਤ ਹੀ ਸੁੰਦਰ ਜਿਹੜਾ ਸੁਨਹਿਰੀ ਮੁੱਠੇ ਵਾਲਾ ਚੌਰ ਜਿਹਦੇ ਉੱਪਰ ਬਹੁਤ ਜੜਾਊ ਬਹੁਤ ਤਰ੍ਹਾਂ ਦੀ ਜੜਤਕਾਰੀ ਕੀਤੀ ਹੋਈ ਹੈ, ਐਸਾ ਚਵਰ। ਗਨ ਹੀਰੇ ਦੋਤ ਦਮਕਾਊ, ਜਿਸ ਚੌਰ ਦੇ ਸੁਨਹਿਰੀ ਮੁੱਠੇ ਦੇ ਵਿੱਚ ਹੀਰੇ ਨਗ ਲਾਲ ਪੰਨੇ ਚੀਰ ਚੀਰ ਕੇ ਜੜੇ ਹੋਏ ਤੇ ਉਹ ਜੜੇ ਹੋਏ ਜਿਹੜੇ ਹੀਰੇ ਲਾਲ ਪੰਨਿਆਂ ਦੀ ਦੁੱਤ ਸ਼ੋਭਾ ਦਮਕਾਊ ਕਹੀਏ ਬੜੀ ਚਮਕ ਰਹੀ ਹੈ। ਸਿਰ ਢੁਰਤ ਫਿਰਤ ਬਹੁ ਬਾਰੀ, ਇਹ ਸਤਿਗੁਰਾਂ ਦੇ ਸੀਸ ਦੇ ਉੱਪਰ ਬਹੁਤ ਵਾਰੀ ਉਹ ਝੁੱਲ ਰਿਹਾ ਹੈ। ਚਵਰਦਾਰ ਗੁਰਸਿੱਖ ਗੁਰਾਂ ਦੇ ਸੀਸ ਤੇ ਚਵਰ ਚਲਾ ਰਹੇ ਹੈ। ਜਨ ਲੇਤ ਮਰਾਲ ਉਡਾਰੀ, ਇਸ ਤਰ੍ਹਾਂ ਸ਼ੋਭਾ ਪਾਉਂਦਾ ਚੌਰ ਝੁੱਲਦਾ ਹੋਇਆ ਮਾਨੋ ਕਿ ਜਿਸ ਤਰ੍ਹਾਂ ਮਰਾਲ ਜਿਸ ਤਰ੍ਹਾਂ ਹੰਸ ਉਡਾਰੀ ਭਰ ਰਿਹਾ ਹੋਵੇ। ਤਨ ਬਸਤਰ ਸ਼ਸਤਰ ਜੋਤ ਸਾਜਾ, ਸਤਿਗੁਰਾਂ ਨੇ ਆਪਣੇ ਤਨ ਦੇ ਉੱਪਰ ਸੋਹਣੇ ਬਸਤਰ ਅਤੇ ਸੋਹਣੇ ਸ਼ਸਤਰ ਸਜਾਏ ਹੋਏ ਹੈ। ਬਹੁ ਸ਼ੁਭਤ ਗਰੀਬ ਨਿਵਾਜਾ, ਤੇ ਗਰੀਬਾਂ ਨੂੰ ਨਿਵਾਜਣ ਵਾਲੇ ਧੰਨ ਕਲਗੀਧਰ ਪਾਤਸ਼ਾਹ ਇਸ ਤਰ੍ਹਾਂ ਸਿੰਘਾਸਨ ਤੇ ਸਜੇ ਸ਼ੋਭ ਰਹੇ ਹੈ। ਗੁਰਤਾ ਦੇ ਤਖਤ ਦੇ ਉੱਪਰ ਸਤਿਗੁਰੂ ਜੀ ਸਜੇ ਹੋਏ ਸ਼ੋਭ ਰਹੇ ਹੈ। ਗਨ ਥਿਰੇ ਮਸੰਦ ਬਿਲੰਦੰ, ਤੇ ਬਹੁਤ ਮਸੰਦ ਉਹ ਵੀ ਗੁਰਾਂ ਦੇ ਦੀਵਾਨ ਵਿੱਚ ਆ ਪਹੁੰਚੇ ਹੈ ਤੇ ਦੀਵਾਨ ਵਿੱਚ ਮਸੰਦ ਵੀ ਸਜੇ ਹੋਏ ਹੈ। ਧਰ ਆਯੁਧ ਜੋਧਾ ਬ੍ਰਿੰਦੰ, ਤੇ ਬ੍ਰਿੰਦ ਸਮੂਹ ਜੋਧੇ ਗੁਰਾਂ ਦੇ ਸੂਰਮੇ ਗੁਰਾਂ ਦੇ ਸਿਪਾਹੀ ਜਿਨ੍ਹਾਂ ਨੇ ਸ਼ਸਤਰ ਬਸਤਰ ਧਾਰਨ ਕੀਤੇ ਤਿਆਰ ਬਰ ਤਿਆਰ ਫੌਜਾਂ ਜਿਹੜੀਆਂ ਉਹ ਵੀ ਦੀਵਾਨ ਵਿੱਚ ਹਾਜ਼ਰ ਹੈ। ਨ੍ਰਿਪਨਾਹਨ ਦੂਤ ਹਕਾਰਾ, ਤੇ ਇਸੇ ਤਰ੍ਹਾਂ ਜਦੋਂ ਦੀਵਾਨ ਸਜ ਗਿਆ ਤੇ ਨਾਹਨ ਦੇਸ਼ ਦੇ ਰਾਜੇ ਦਾ ਭੇਜਿਆ ਹੋਇਆ ਦੂਤ ਸਤਿਗੁਰਾਂ ਨੇ ਹਕਾਰਿਆ ਹੈ। ਸਤਿਗੁਰਾਂ ਨੇ ਆਦੇਸ਼ ਦਿੱਤਾ ਭਾਈ ਨਾਹਨ ਦੇ ਦੂਤ ਨੂੰ ਆਮੰਤਰਿਤ ਕੀਤਾ ਜਾਵੇ ਤੇ ਭਾਈ ਨੰਦ ਚੰਦ ਜੀ ਨੇ ਸੇਵਕ ਘੱਲਿਆ ਹੈ ਕਿ ਜਾਓ ਭਾਈ ਵਜ਼ੀਰ ਨੂੰ ਦੂਤ ਨੂੰ ਸੱਦ ਕੇ ਲਿਆਓ। ਚੱਲ ਆਇਓ ਸਭਾ ਮਝਾਰਾ, ਤੇ ਦੂਤ ਨੂੰ ਸੁਨੇਹਾ ਮਿਲਿਆ ਕਿ ਸਤਿਗੁਰਾਂ ਦਾ ਦੀਵਾਨ ਸਜ ਗਿਆ ਹੈ, ਆਪ ਜੀ ਦਰਸ਼ਨ ਕਰ ਸਕਦੇ ਹੋ ਆ ਕੇ। ਤੇ ਦੂਤ ਤੇ ਪ੍ਰਥਮ ਹੀ ਤਿਆਰ ਸੀ, ਗੁਰਾਂ ਦਾ ਆਦੇਸ਼ ਪਾਇਆ ਆਗਿਆ ਪਾਈ ਤੇ ਆਪਣੇ ਜਿੱਥੇ ਪੜਾ ਲਾਇਆ ਸੀ ਉੱਥੋਂ ਚੱਲ ਕੇ ਤੇ ਗੁਰਾਂ ਦੇ ਦੀਵਾਨ ਵਿੱਚ ਪਹੁੰਚਿਆ। ਕਰ ਬੰਦਨ ਬਾਰੰਬਾਰੀ, ਵਾਰੰਵਾਰ ਮੁੜ ਮੁੜ ਕੇ ਗੁਰਾਂ ਦੇ ਚਰਨਾਂ ਤੇ ਬੰਦਨਾ ਕਰਦਾ ਨਮਸਕਾਰ ਕਰਦਾ ਵਜ਼ੀਰ। ਲੈ ਆਏ ਸ ਬੈਠ ਉਚਾਰੀ, ਤੇ ਸਤਿਗੁਰਾਂ ਦੀ ਆਗਿਆ ਪਾ ਕੇ ਦੀਵਾਨ ਵਿੱਚ ਬੈਠ ਗਿਆ ਹੈ ਤੇ ਬਹਿ ਕੇ ਤੇ ਫਿਰ ਉਚਾਰੀ ਨਾਮ ਕਹਿਣ ਲੱਗਾ। ਕਰ ਜੋਰੇ ਨਮਰ ਨਰਿੰਦਾ, ਇਹ ਸਤਿਗੁਰੂ ਜੀ ਮੈਂ ਸਾਰਮੌਰ ਦੇਸ਼ ਦਾ ਰਾਜਾ ਨਾਨਪਤੀ ਮੇਦਨੀ ਪ੍ਰਕਾਸ਼ ਦਾ ਵਜ਼ੀਰ ਦੂਤ ਬਣ ਕੇ ਆਪ ਜੀ ਦੇ ਕੋਲ ਆਇਆ ਹਾਂ ਤੇ ਆਪ ਜੀ ਨੂੰ ਮੇਦਨੀ ਪ੍ਰਕਾਸ਼ ਰਾਜਾ
ਦੋਨੋਂ ਹੱਥ ਜੋੜ ਬੜੀ ਹੀ ਵਿਨਿਮਰਤਾ ਦੇ ਨਾਲ ਕੀ ਬੰਦਨ ਪਾਦ ਅਰਬਿੰਦਾ ਆਪ ਜੀ ਦੇ ਸ਼੍ਰੀ ਚਰਨਾਂ ਕਮਲਾਂ ਉੱਪਰ ਬੰਦਨਾ ਕਰਦਾ ਹੈ, ਨਮਸਕਾਰ ਕਰਦਾ ਹੈ ਰਾਜਾ। ਸੁਨ ਰਾਵਰ ਕੋ ਜਸ ਭਾਰੀ ਆਪ ਜੀ ਦਾ ਭਾਰੀ ਵੱਡਾ ਜਸ ਸੁਣਿਆ ਜਿਸ ਵੇਲੇ ਰਾਜੇ ਮੇਦਨੀ ਪ੍ਰਕਾਸ਼ ਨੇ। ਔਰ ਦੀਰਘ ਆਨੰਦ ਧਾਰੀ ਤਾਂ ਹਿਰਦੇ ਅੰਦਰ ਬਹੁਤ ਆਨੰਦਿਤ ਹੋਇਆ। ਆਪ ਜੀ ਦਾ ਜਸ ਸੁਣ ਕੇ ਰਾਜੇ ਦਾ ਮਨ ਬਹੁਤ ਪ੍ਰਫੁੱਲਤ ਹੋਇਆ, ਬੜਾ ਪ੍ਰਸੰਨ ਹੋਇਆ। ਜਿਹ ਲਗੀ ਦਰਸ ਕੀ ਪਿਆਸਾ ਜਿਸ ਮੇਦਨੀ ਪ੍ਰਕਾਸ਼ ਦੇ ਮਨ ਦੇ ਵਿੱਚ ਪਾਤਸ਼ਾਹ ਆਪ ਜੀ ਦੀ ਉਪਮਾ ਸੁਣ ਕੇ ਆਪ ਜੀ ਦੇ ਦਰਸ਼ਨਾਂ ਦੀ ਦੀਰਘ ਪਿਆਸ ਲੱਗ ਰਹੀ ਹੈ, ਦੀਰਘ ਪਿਆਸਾ ਬਣ ਰਹੀ ਹੈ। ਮੋਹਿ ਭੇਜਿਓ ਰਾਵਰ ਪਾਸਾ ਤੇ ਮੈਨੂੰ ਆਪ ਜੀ ਦੇ ਚਰਨਾਂ ਕਮਲਾਂ ਦੇ ਕੋਲ ਭੇਜਿਆ ਹੈ। ਇਮ ਕਹਿ ਆਗੇ ਧਰ ਪਾਤੀ ਇਸ ਤਰ੍ਹਾਂ ਕਹਿੰਦਿਆਂ ਹੋਇਆਂ ਦੂਤ ਨੇ ਰਾਜੇ ਵੱਲੋਂ ਭੇਜੀ ਹੋਈ ਚਿੱਠੀ ਸਤਿਗੁਰਾਂ ਦੇ ਅੱਗੋਂ ਰੱਖੀ ਹੈ, ਗੁਰਾਂ ਦੇ ਅੱਗੋਂ ਹਾਜ਼ਰ ਕੀਤੀ। ਪ੍ਰਭ ਸੁਨਹੁ ਲਿਖੀ ਜਿਸ ਭਾਂਤੀ हे ਪ੍ਰਭੂ ਕਲਗੀਧਰ ਪਾਤਸ਼ਾਹ ਜੀ, ਜਿਸ ਤਰ੍ਹਾਂ ਲਿਖੀ ਹੈ ਆਪ ਇਹ ਚਿੱਠੀ ਸੁਣੋ, ਰਾਜੇ ਦੀ ਬੇਨਤੀ ਹੈ। ਸੁਣ ਸਤਿਗੁਰ ਨੇ ਪਠਵਾਈ ਦੂਤ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਆਪਣੇ ਮੇਵੜੇ ਸਿੱਖ ਨੂੰ ਆਦੇਸ਼ ਦੇ ਕੇ ਰਾਜੇ ਵੱਲੋਂ ਆਈ ਹੋਈ ਚਿੱਠੀ ਪੜਵਾਈ ਹੈ। ਸਭ ਸਭਾ ਸੁਨਤ ਚਿਤ ਚਾਈ ਤੇ ਸਾਰੀ ਸਭਾ, ਸਾਰਾ ਭਰਿਆ ਹੋਇਆ ਦੀਵਾਨ ਚਿੱਤ ਵਿੱਚ ਬੜਾ ਚਾਅ ਧਾਰਨ ਕਰਕੇ ਮੇਦਨੀ ਪ੍ਰਕਾਸ਼ ਰਾਜੇ ਵੱਲੋਂ ਆਈ ਚਿੱਠੀ ਵਿੱਚ ਕੀ ਲਿਖਿਆ ਹੈ ਸੁਣਨ ਵਾਸਤੇ ਉਤਸੁਕ ਹਨ। ਮੋਹਿ ਜਾਣਹੁ ਆਪਨ ਦਾਸਾ ਮੇਦਨੀ ਪ੍ਰਕਾਸ਼ ਰਾਜਾ ਕੀ ਲਿਖਦਾ ਹੈ, ਕਲਗੀਆਂ ਵਾਲੇ ਪਾਤਸ਼ਾਹ ਮੈਨੂੰ ਤੁਸੀਂ ਆਪਣਾ ਦਾਸ ਜਾਣੋ, ਸੇਵਕ ਜਾਣੋ। ਧਰ ਰਾਵਰ ਪਰ ਪ੍ਰਵਾਸਾ ਤੇ ਆਪ ਜੀ ਦੇ ਉੱਪਰ ਮੈਨੂੰ ਭਰੋਸਾ ਹੈ, ਆਪ ਜੀ ਦੇ ਚਰਨਾਂ ਕਮਲਾਂ ਉੱਪਰ ਮੈਨੂੰ ਵਿਸ਼ਵਾਸ ਹੈ। ਪ੍ਰਕਾਸ਼ ਮੇਦਨੀ ਰਾਜਾ ਮੇਰਾ ਨਾਮ ਮੇਦਨੀ ਪ੍ਰਕਾਸ਼ ਹੈ ਤੇ ਮੈਂ ਨਾਹਣ ਦਾ ਰਾਜਾ ਹਾਂ। ਇਹ ਲਿਖਤਮ ਬਿਨੈ ਸੋ ਕਾਜਾ ਤੇ ਮੈਂ ਆਪ ਜੀ ਦੇ ਸ਼੍ਰੀ ਚਰਨਾਂ ਕਮਲਾਂ ਦੇ ਵਿੱਚ ਇਹ ਲਿਖ ਤੁਮ ਆਪ ਜੀ ਦੇ ਅੱਗੋਂ ਬੇਨਤੀ ਰੂਪ ਕਾਰਜ ਵਾਸਤੇ ਲਿਖਦਾ, ਅਥਵਾ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਦਾ ਕਾਰਜ ਕਰਦਾ ਹਾਂ। ਲੱਖ ਪ੍ਰਭ ਵੱਡ ਕਹਿ ਨਾ ਸਕੰਤਾ ਲੱਖ ਪ੍ਰਭ ਆਪ ਪ੍ਰਭੂ ਹੋ, ਆਪ ਵੱਡੇ ਹੋ, ਮੈਂ ਆਪ ਜੀ ਨੂੰ ਕੁਝ ਕਹਿ ਤੇ ਨਹੀਂ ਸਕਦਾ। ਤੁਮ ਜਗਤ ਗੁਰੂ ਭਗਵੰਤਾ ਕਿ ਤੁਸੀਂ ਜਗਤ ਦੇ ਗੁਰੂ ਹੋ ਤੇ ਭਗਵੰਤ ਖਟ ਭਗਾਂ ਸੰਪੰਨ ਹੋ ਆਪ। ਲੇਖ ਤੁਮ ਪਹਿ ਪਾਠ ਮੈਂ ਅਰਜ਼ੀ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਅਰਜੀ ਬੇਨਤੀ ਲਿਖ ਕੇ ਭੇਜ ਰਿਹਾ, ਆਪ ਜੀ ਦੇ ਚਰਨਾਂ ਵਿੱਚ ਅਰਜ਼ੋਈ ਕਰ ਰਿਹਾ ਹਾਂ। ਹਿਤ ਲਖਨ ਆਪ ਕੀ ਮਰਜ਼ੀ ਤੇ ਹਿਤ ਲਖਨ ਆਪ ਜੀ ਦੀ ਇੱਛਾ ਹੈ। ਮੈਂ ਬੇਨਤੀ ਕਰਦਾ ਹਾਂ, ਮੇਰੀ ਬੇਨਤੀ ਨੂੰ ਸਵੀਕਾਰ ਕਰਨਾ ਆਪ ਜੀ ਦੀ ਇੱਛਾ ਹੈ। ਮੈਂ ਸੁਣੀ ਬਾਤ ਰੇਸ ਪੂਰੀ ਇਹ ਸਤਿਗੁਰੂ ਜੀ ਮੈਂ ਸੁਣਿਆ ਹੈ ਕਿ ਆਪ ਜੀ ਦੀ ਜਿਹੜੀ ਰਿਸ ਹੈ, ਆਪ ਜੀ ਦੀ ਜਿਹੜੀ ਵਿਰੋਧਤਾ ਭਾਵ ਸ਼ਤਰੁਤਾ ਹੈ, ਤੁਮ ਸੰਗ ਨਿਰਪਤ ਕਹਿਲੂਰੀ ਆਪ ਜੀ ਦੇ ਨਾਲ ਕਹਿਲੂਰੀ ਰਾਜੇ ਦੀ ਸ਼ਤਰੁਤਾ ਬਣ ਗਈ ਹੈ। ਆਪ ਜੀ ਦੇ ਨਾਲ ਰਾਜਾ ਭੀਮ ਚੰਦ ਜਿਹੜਾ ਉਹ ਸ਼ਤਰੁਤਾ ਕਰਦਾ ਹੈ, ਵੈਰ ਕਰਦਾ ਹੈ। ਮਤ ਮੰਦ ਵਿਰੋਧ ਉਠਾਇਓ ਜੋ ਬੜੀ ਮੰਦੀ ਬੁੱਧੀ ਵਾਲਾ ਹੈ ਭੀਮ ਚੰਦ, ਸਤਿਗੁਰੂ ਜੀ ਮੈਂ ਜਾਣਦਾ ਹਾਂ। ਤੇ ਫਿਰ ਉਸਨੇ ਆਪ ਜੀ ਨਾਲ ਸੁਣਿਆ ਬੜਾ ਵੈਰ ਵਧਾਇਆ ਹੈ।
ਬੜਾ ਵਿਰੋਧ ਕਰਦਾ ਹੈ ਆਪ ਜੀ ਦਾ। ਨਹਿ ਭਲੋ ਆਪਨੋ ਭਾਇਓ। ਸੋ ਉਹਨੂੰ ਆਪਣਾ ਭਲਾ ਪਾਇਆ ਨਹੀਂ, ਉਹਨੂੰ ਆਪਣਾ ਭਲਾ ਚੰਗਾ ਨਹੀਂ ਲੱਗਾ। ਸੋ ਕਰਿਓ ਆਪਨੋ ਪਾਵੈ। ਤੇ ਜੋ ਉਹ ਕਰ ਰਿਹਾ ਹੈ ਉਹ ਆਪਣਾ ਕੀਤਾ ਪਾਵੇਗਾ। ਆਪ ਜੀ ਨਾਲ ਵੈਰ ਕਮਾ ਰਿਹਾ ਹੈ ਤੇ ਇਸ ਆਪਣੇ ਕੀਤੇ ਦਾ ਫਲ ਸਰੂਪ ਅਵਸ਼ ਹੀ ਪਾਵੇਗਾ। ਤੋਮ ਸਾਮ ਸੰਗ ਬੈਰ ਵਧਾਵੈ। ਆਪ ਜੀ ਸਰਬ ਕਲਾ ਸਮਰੱਥ ਹੋ, ਸਰਬ ਸ਼ਕਤੀਮਾਨ ਹੋ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੰਘਾਸਨ ਤੇ ਸੁਸ਼ੋਭਤ ਹੋ। ਆਪ ਜੀ ਦੇ ਨਾਲ ਵੈਰ ਕਮਾ ਰਿਹਾ ਹੈ, ਆਪਣਾ ਕੀਤਾ ਪਾ ਲਵੇਗਾ। ਜਹ ਚਰਨ ਆਪ ਕੇ ਜਾਵੈ। ਇਹ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਦੇ ਤਾਂ ਜਿੱਥੇ ਵੀ ਮੁਬਾਰਕ ਚਰਨ ਪੈ ਜਾਣ ਉਹ ਪਾਵਨ ਦੇਸ਼ ਸੁਹਾਵੈ। ਤੇ ਸਾਰਾ ਹੀ ਦੇਸ਼ ਪਾਵਨ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਸ਼ੋਭਾ ਸੰਯੁਗਤ ਹੋ ਜਾਂਦਾ ਹੈ। ਇਹ ਚਾਹ ਕਰਨ ਕੋ ਸੈਲੰ। ਇਹ ਸਤਿਗੁਰੂ ਜੀ ਜੇ ਆਪ ਜੀ ਸੈਰ ਕਰਨਾ ਚਾਹੁੰਦੇ ਹੋਵੋ, ਸੈਰ ਦੇ ਇੱਛੁਕ ਹੋਵੋ, ਇਤ ਦੂਨ ਸੁੰਦਰੀ ਸੈਲੰ। ਤਾਂ ਇਹ ਜਿਹੜੀ ਦੂਨ ਹੈ ਨਾ ਜਿਸ ਵਿੱਚ ਮੈਂ ਰਹਿੰਦਾ ਹਾਂ, ਇਥੋਂ ਦੇ ਸੈਲ ਪਹਾੜ ਬੜੇ ਸੁੰਦਰ ਹਨ, ਬੜੀ ਰਮਣੀਕ ਇਹ ਜਗ੍ਹਾ ਹੈ। ਬਨ ਸ਼ੋਭਤ ਤਰਵਰ ਨਾਨਾ। ਤੇ ਇਥੋਂ ਦਾ ਬਨ ਜੰਗਲ ਬੜਾ ਸ਼ੋਭਦਾ ਹੈ। ਜੰਗਲ ਵਿਚਲੇ ਤਰਵਰ ਦਰਖਤ ਨਾਨਾ ਤਰ੍ਹਾਂ ਦੇ, ਅਨੇਕ ਤਰ੍ਹਾਂ ਦੇ ਦਰਖਤ ਹਨ। ਫਲ ਫੂਲਨ ਸਹਿਤ ਮਹਾਨਾ। ਜੋ ਫਲਾਂ ਫੁੱਲਾਂ ਦੇ ਸਹਿਤ ਮਹਾਨ ਵੱਡੇ ਵੱਡੇ ਬ੍ਰਿਖਸ਼ ਹਨ ਜੰਗਲ ਵਿੱਚ। ਜਲ ਜਮਨਾ ਅਦਕ ਪ੍ਰਵਾਹ। ਫਿਰ ਜਮਨਾ ਦੇ ਜਲ ਦਾ ਬੜਾ ਸੁੰਦਰ ਪ੍ਰਵਾਹ ਚੱਲਦਾ ਹੈ। ਇਸ ਦੇਸ਼ ਦੇ ਲਾਗੋਂ ਦੀ ਲੰਘਦੀ ਹੈ ਜਮਨਾ। ਨਿਤ ਕਰਹ ਅਖੇਰ ਉਮਾਹ। ਤੇ ਨੇਤਾ ਪ੍ਰਤੀ ਆਪ ਉਮਾਹ ਉਤਸ਼ਾਹ ਨਾਲ ਅਖੀਰ ਸ਼ਿਕਾਰ ਖੇਡ ਸਕਦੇ ਹੋ, ਇੱਥੇ ਵਿਚਰ ਕੇ ਸੈਰ ਕਰ ਸਕਦੇ ਹੋ, ਸ਼ਿਕਾਰ ਖੇਲ ਸਕਦੇ ਹੋ। ਰੁਚ ਜਾਵਦ ਹੋਏ ਤੁਮਾਰੀ। ਤੇ ਜਿੰਨਾ ਚਿਰ ਆਪ ਜੀ ਦੀ ਰੁਚੀ ਹੋਵੇ, ਇੱਛਾ ਹੋਵੇ, ਇਤ ਪਰਚਹ ਕਰ ਅਸਵਾਰੀ। ਆਪ ਅਸਵਾਰ ਹੋ ਕੇ ਘੋੜੇ ਤੇ ਇਧਰ ਪਰਚੇ ਰਹੋ, ਸ਼ਿਕਾਰ ਖੇਲੋ, ਵਿਚਰੋ, ਸੈਰ ਕਰੋ। ਇਹ ਦੇਸ਼ ਆਪਨੋ ਜਾਨੋ। ਸਤਿਗੁਰੂ ਜੀ ਇਹ ਜਿਹੜਾ ਸਾਰਮੌਰ ਦਾ ਦੇਸ਼ ਹੈ, ਇਹਨੂੰ ਆਪਣਾ ਹੀ ਦੇਸ਼ ਜਾਣੋ ਤੁਸੀਂ। ਜਿਤ ਇਛੋ ਤਿਤੈ ਪਿਆਨੋ। ਜਿੱਧਰ ਵੀ ਤੁਹਾਡੀ ਇੱਛਾ ਹੋਵੇ ਇਸ ਦੇਸ਼ ਵਿੱਚ ਵਿਚਰਨ ਦੀ, ਉਧਰ ਹੀ ਆਪ ਜਾ ਸਕਦੇ ਹੋ। ਸਾਰਾ ਦੇਸ਼ ਤੁਹਾਡਾ ਹੀ ਹੈ। ਮੈਂ ਸਕੋ ਨਾ ਇਹ ਠਾਂ ਆਈ। ਸਤਿਗੁਰੂ ਜੀ ਮੈਂ ਆਪ ਜੀ ਦੇ ਕੋਲ ਆ ਨਹੀਂ ਸਕਦਾ। ਚਿਤ ਦਰਸ਼ਨ ਕੋ ਲਲਚਾਈ। ਚਿੱਤ ਮੇਰਾ ਬੜਾ ਆਪ ਜੀ ਦੇ ਦਰਸ਼ਨਾਂ ਨੂੰ ਲਲਚਾਉਂਦਾ ਹੈ। ਆਪ ਜੀ ਦੇ ਦਰਸ਼ਨਾਂ ਵਾਸਤੇ ਹਿਰਦੇ ਵਿੱਚ ਬੜੀ ਉਮੰਗ ਹੈ। ਪਰ ਪਾਤਸ਼ਾਹ ਤੁਸੀਂ ਜਾਣਦੇ ਹੋ ਰਾਜਕੀय ਬੜੇ ਕਾਰਜ ਹੁੰਦੇ ਹੈ, ਜਿਨ੍ਹਾਂ ਕਰਕੇ ਮੈਂ ਆਪਣਾ ਇਹ ਦੇਸ਼ ਜਿਹੜਾ ਇਹ ਸੁਈਆਂ ਛੱਡ ਕੇ ਵੀ ਨਹੀਂ ਆ ਸਕਦਾ। ਤੁਹਾਨੂੰ ਪਤਾ ਹੀ ਹੈ ਕਿ ਗੜਵਾਲੀਏ ਰਾਜੇ ਦੇ ਨਾਲ ਥੋੜੀ ਵਿਰੋਧਤਾ ਚੱਲ ਰਹੀ ਹੈ, ਤੇ ਇਸ ਤਰ੍ਹਾਂ ਮੇਰਾ ਦੇਸ਼ ਛੱਡ ਕੇ ਆਉਣਾ ਅਸੰਭਵ ਗੱਲ ਹੈ, ਮਜਬੂਰੀ ਹੈ ਮੇਰੀ, ਮੈਂ ਆ ਨਹੀਂ ਸਕਦਾ। ਪਰ ਬੜੀ ਉਮੰਗ ਹੈ ਮੇਰੇ ਮਨ ਵਿੱਚ ਆਪ ਜੀ ਦੇ ਦਰਸ਼ਨਾਂ ਦੀ। ਅਬ ਸਭਾ ਸੁਨਤ ਹਰ ਖਾਨੀ। ਮੇਦਨੀ ਪ੍ਰਕਾਸ਼ ਰਾਜੇ ਦੀ ਚਿੱਠੀ ਮੇਵੜੇ ਸਿੱਖ ਨੇ ਪੜ੍ਹੀ। ਸਾਰੀ ਸਭਾ ਸਹਿਤ ਕਲਗੀਆਂ ਵਾਲੇ ਪਾਤਸ਼ਾਹ ਨੇ ਸੁਣੀ, ਜਿਸ ਵਿੱਚ ਬੜੀ ਵਿਨਿਮਰਤਾ ਨਾਲ ਰਾਜੇ ਨੇ ਬੇਨਤੀ ਕਰਕੇ ਸਤਿਗੁਰਾਂ ਨੂੰ ਨਾਹਣ ਦੇ ਵਿੱਚ ਆਮੰਤਰਿਤ ਕੀਤਾ, ਸੱਦਿਆ ਹੈ। ਇਹ ਚਿੱਠੀ ਸੁਣ ਕੇ ਸਾਰੀ ਸਭਾ ਬੜੀ ਖੁਸ਼ ਹੋਈ।
ਤਿਸ ਨ੍ਰਿਪ ਕੋ ਨੀਕ ਬਖਾਨੀ। ਤੇ ਰਾਜੇ ਮੇਦਨੀ ਪ੍ਰਕਾਸ਼ ਨੂੰ ਸਾਰੀ ਬੜਾ ਨੀਕ ਬਖਾਨ ਰਹੇ ਹੈ, ਬੜਾ ਚੰਗਿਆਂ ਕਰਕੇ ਕਹਿ ਰਹੇ ਹੈ। ਪੁਨ ਸਾਹਿਬ ਬੂਝਨ ਠਾਨਾ। ਫਿਰ ਸਾਹਿਬ ਕਲਗੀਧਰ ਪਾਤਸ਼ਾਹ ਨੇ ਦੂਤ ਨੂੰ ਆਏ ਹੋਏ ਵਜ਼ੀਰ ਨੂੰ ਪੁੱਛਿਆ, ਰਮਨੀਕ ਦੇਸ਼ ਕਸ ਜਾਨਾ। ਇਹ ਭਾਈ ਤੂੰ ਤੇ ਉੱਥੇ ਰਹਿਣਾ ਹੈ, ਤੂੰ ਦੱਸਣਾ ਕਰ ਉਹ ਜਿਹੜਾ ਦੇਸ਼ ਹੈ ਕਿਤਨਾ ਰਮਣੀਕ ਹੈ, ਕਿਹੋ ਜਿਹਾ ਦੇਸ਼ ਹੈ। ਇਸ ਪਰ ਰਾਜ ਕਿਸ ਕੀਰਾ। ਤੇ ਉਸ ਤੋਂ ਪਰੇ ਮੇਦਨੀ ਪ੍ਰਕਾਸ਼ ਤੋਂ ਪਰੇ ਰਾਜ ਕੀਦਾ। ਕਹੋ ਕਿਤਕ ਦੂਨ ਥਲ ਹੀਰਾ। ਤੇ ਕਿਤਨਾ ਕੁ ਦੂਣ ਦਾ ਸਥਾਨ ਹੈ। ਇਹ ਜਿਹੜੀ ਦੂਣ ਹੈ, ਨਾਹਣ ਦੀ ਦੂਣ ਦਾ ਇਲਾਕਾ ਕਿੱਡਾ ਕੁ ਵੱਡਾ ਹੈ। ਕਰ ਜੋਰ ਦੂਤ ਕਹਿ ਬੈਨਾ। ਤੇ ਦੂਤ ਜਿਹੜਾ ਹੱਥ ਜੋੜ ਕੇ ਕਹਿਣ ਲੱਗਾ, ਜਬ ਦੇਖੈ ਕੋ ਨਿਜ ਨੈਨਾ। ਸਤਿਗੁਰੂ ਜੀ ਜਦੋਂ ਆਪ ਜੀ ਆਪਣੇ ਨੇਤਰਾਂ ਨਾਲ ਤੱਕੋਗੇ, ਵੇਖੋਗੇ, ਤਬ ਜਾਨਹੁ ਤਾਹੀ ਨਿਕਾਈ। ਤਾਂ ਤੁਸੀਂ ਉਸ ਦੇਸ਼ ਦੀ ਨਿਕਾਈ, ਉਸ ਦੇਸ਼ ਦੀ ਸੁੰਦਰਤਾ ਨੂੰ ਜਾਣੋਗੇ। ਉਹ ਦੂਣ ਦੂਰ ਲੱਗ ਜਾਈ। ਉਹ ਜਿਹੜੀ ਦੂਣ ਹੈ, ਸਾਰਮੌਰ ਦੇਸ਼ ਦੀ ਦੂਣ ਹੈ, ਨਾਣ ਦੀ ਦੂਣ ਹੈ, ਬਹੁਤ ਦੂਰ ਤੱਕ ਫੈਲੀ ਹੋਈ ਪਹਾੜਾਂ ਵਿੱਚ। ਸ੍ਰੀ ਰਾਮ ਰਾਏ ਜਬ ਦੇਖੀ। ਇਸੇ ਹੀ ਦੂਣ ਨੂੰ, ਇਸੇ ਹੀ ਇਲਾਕੇ ਨੂੰ ਜਦੋਂ ਬਾਬਾ ਰਾਮ ਰਾਏ ਜੀ ਨੇ ਵੇਖਿਆ ਸੀ, ਸਭ ਥਲ ਤੇ ਰੁਚਰ ਪਰਖੀ। ਤੇ ਸਾਰੇ ਸਥਾਨਾਂ ਤੋਂ ਉਚਿਤ ਸਥਾਨ ਪਰਖ ਕੇ ਵੇਖ ਕੇ ਹਮ ਦ੍ਰਿਪ ਕੇ ਰਾਜ ਪਰੇਰੇ। ਤੇ ਉੱਥੇ ਆਸਣ ਲਾਇਆ ਬਾਬਾ ਜੀ ਨੇ, ਬਾਬਾ ਰਾਮ ਰਾਏ ਜੀ ਨੇ ਉਸ ਦੂਣ ਵਿੱਚ। ਤੇ ਜਿੱਥੇ ਉਹਨਾਂ ਨੇ ਆਸਣ ਲਾਇਆ, ਡੇਰਾ ਲਾਇਆ, ਤੇ ਉਸ ਜਗ੍ਹਾ ਦਾ ਨਾਮ ਹੀ ਡੇਰਾ ਦੂਣ ਪੈ ਗਿਆ। ਸੋ ਹੇ ਕਲਗੀਆਂ ਵਾਲੇ ਪਾਤਸ਼ਾਹ, ਸਾਡਾ ਜਿਹੜਾ ਰਾਜਾ ਹੈ ਸਾਰਮੌਰ ਦੇਸ਼ ਦਾ ਰਾਜਾ ਹੈ, ਜਿਸ ਦੀ ਰਾਜਧਾਨੀ ਨਾਹਣ ਹੈ। ਤੇ ਇਸ ਤੋਂ ਪਰੇ ਜਿਹੜਾ ਰਾਜ ਹੈ, ਇਸ ਤੋਂ ਪਰੇ ਆਪ ਜੀ ਜਿਹੜਾ ਪੁੱਛਦੇ ਹੋ, ਉਹ ਰਾਜਾ ਜਿਹੜਾ ਹੈ ਹਮ ਨਿਰਪ ਕੇ ਰਾਜ ਪਰੇਰੇ। ਸਾਡੇ ਰਾਜੇ ਤੋਂ ਪਰਲੇ ਪਾਸੇ ਜਿਹੜਾ ਰਾਜਾ ਹੈ, ਮਹਿ ਪਾਲਕ ਅਪਰ ਬਡੇਰੇ। ਉਹ ਹੋਰ ਰਾਜਾ ਹੈ, ਗੜਵਾਲੀਆ ਰਾਜਾ ਹੈ, ਉਹਦਾ ਵੀ ਰਾਜ ਕਾਫੀ ਵੱਡਾ ਹੈ। ਇਹ ਫਤਿਹ ਸ਼ਾਹੀ ਕਹਿ ਨਾਮੋ। ਜਿਹਦਾ ਨਾਮ ਫਤਿਹ ਸ਼ਾਹ ਕਹੀਦਾ ਹੈ। ਗੜਵਾਲ ਦੇਸ਼ ਹੈ ਤੇ ਸ੍ਰੀਨਗਰ ਉਸ ਦੀ ਰਾਜਧਾਨੀ ਹੈ। ਤੇ ਫਤਿਹ ਸ਼ਾਹ ਉਥੋਂ ਦਾ ਰਾਜਾ ਹੈ। ਵੱਡ ਦੇਸ਼ ਨ੍ਰਿਪਤ ਅਬਿਰਾਮੋ। ਬੜਾ ਵੱਡਾ ਦੇਸ਼ ਹੈ ਉਹ ਵੀ, ਪਾਤਸ਼ਾਹ ਕਾਫੀ ਵੱਡਾ ਦੇਸ਼ ਹੈ ਗੜਵਾਲ। ਤੇ ਉਥੋਂ ਦਾ ਨ੍ਰਿਪਤ ਰਾਜਾ ਜਿਹੜਾ ਅਬਿਰਾਮੋ ਸੁੰਦਰ। ਪੁਨ ਸਤਿਗੁਰ ਕਹਿਓ ਸੁਨਾਈ। ਜਦੋਂ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਇਸ ਵਜ਼ੀਰ ਦੇ ਕੋਲੋਂ ਨਾਹਣ ਤਥਾ ਇਸ ਸਾਰਮੌਰ ਦੇਸ਼ ਤਥਾ ਗੜਵਾਲ ਦੀ ਦੇਸ਼ ਦੀ ਸੁੰਦਰਤਾ ਦੇ ਬਾਬਤ ਸੁਣਿਆ, ਤੇ ਸੁਣ ਕੇ ਸਤਿਗੁਰੂ ਜੀ ਫਿਰ ਕਹਿਣ ਲੱਗੇ, ਅਬ ਹੋਇਓ ਨੇਰ ਲੜਾਈ। ਇਹ ਭਾਈ ਵਜ਼ੀਰ ਤੂੰ ਤੇ ਜਾਣਦਾ ਹੀ ਹੈ ਕਿ ਹੁਣ ਤਾਂ ਲੜਾਈ ਦਾ ਨੇੜ ਹੋ ਪਿਆ ਹੈ। ਇਹ ਜਿਹੜਾ ਦੂਣ ਦਾ ਇਲਾਕਾ, ਕਹਿਲੂਰ ਦਾ ਰਾਜਾ ਭੀਮ ਚੰਦ, ਇਹ ਯੁੱਧ ਵਾਸਤੇ ਤਿਆਰ ਹੈ। ਇਸ ਸੰਗ ਜੰਗ ਕਰ ਦੀਹਾ। ਹੁਣ ਅਸੀਂ ਦੀਹਾ ਨਾਮ ਵੱਡਾ ਭੀਮ ਚੰਦ ਨਾਲ ਜੰਗ ਕਰਨਾ ਹੈ। ਪੁਨ ਗਮਨ ਕਰਨ ਕੀ ਇਹਾ। ਤੇ ਫਿਰ ਜੰਗ ਉਪਰੰਤ ਇੱਛਾ ਹੋਵੇ, ਇੱਛਾ ਹੈ ਸਾਡੀ, ਫਿਰ ਅਸੀਂ ਅਵਸ਼ ਹੀ ਆਵਾਂਗੇ। ਨਾਹਣ ਦਾ ਦੇਸ਼ ਅਸੀਂ ਜ਼ਰੂਰ ਵੇਖਾਂਗੇ, ਜ਼ਰੂਰ ਉਸ ਦੇਸ਼ ਦੀ ਸੈਰ ਕਰਾਂਗੇ, ਪਰ ਜੰਗ ਉਪਰੰਤ। ਮਤ ਮੰਦਨ ਗੰਜਹਿ ਗਰਬਾ। ਇਹ ਜਿਹੜੇ ਮੰਦੀ ਮਤ ਵਾਲੇ ਆ ਨਾ, ਹੰਕਾਰੀ, ਇਹਨਾਂ ਦਾ ਹੰਕਾਰ ਪਹਿਲਾਂ ਨਾਸ ਕਰਾਂਗੇ।
ਨਹਿ ਰਹਿਨ ਦਿਓ ਔਰ ਫਰਬਾ। ਇਹਨਾਂ ਦੇ ਹਿਰਦੇ ਵਿੱਚ ਜਿਹੜਾ ਫਰੇਬ ਛਲ ਹੈ ਨਾ, ਇਹ ਰਹਿਣ ਨਹੀਂ ਦਿਆਂਗੇ। ਇਹਨਾਂ ਦਾ ਸਾਰਾ ਛਲ ਨਾਸ ਕਰਾਂਗੇ। ਪਹਿਲਾਂ ਘਰ ਰਾਖੀ ਦੋਹੇ ਦੇਸ਼ ਤਿਆਰੀ। ਦੋ ਦੇਸ਼, ਦੋਵਾਂ ਤਰਫਾਂ ਤੋਂ ਹੀ ਜੰਗ ਦੀ ਤਿਆਰੀ ਹੈ। ਉਧਰ ਭੀਮ ਚੰਦ ਵੱਲੋਂ ਵੀ ਤੇ ਇਧਰ ਸਤਿਗੁਰਾਂ ਵੱਲੋਂ ਵੀ। ਅਬ ਟਰਿਓ ਜਾਤ ਹੰਕਾਰੀ। ਇਹ ਸਤਿਗੁਰੂ ਜੀ ਕਹਿ ਰਹੇ ਹੈ ਹੁਣ ਜੰਗ ਦੀ ਪੂਰੀ ਤਿਆਰੀ ਹੈ ਤੇ ਹੰਕਾਰੀ ਭੀਮ ਚੰਦ ਹੁਣ ਜੰਗ ਤੋਂ ਟਲਦਾ ਜਾ ਰਿਹਾ ਹੈ। ਨਹਿ ਆਵੈ ਆਹਬ ਖੇਤਾ। ਹੁਣ ਆਹਬ ਖੇਤ ਵਿੱਚ ਭਾਵ ਰਣ ਭੂਮੀ ਵਿੱਚ ਆਉਂਦਾ ਨਹੀਂ ਹੈ। ਔਰ ਤਰਾਸਤ ਭੀਰ ਅਚੇਤਾ। ਹੁਣ ਭੀਰੂ ਬਣ ਗਿਆ ਹੈ, ਡਰਪੋਕ ਬਣ ਗਿਆ, ਹਿਰਦੇ ਚ ਤਰਸਤ ਡਰਦਾ ਹੈ। ਹੁਣ ਭੈ ਭੀਤ ਹੈ, ਅਚੇਤ ਮੂਰਖ ਹੈ। ਦਿਨ ਕਿਤਕ ਰਹ ਪੁਰ ਮਾਹੀ। ਭਾਈ ਇਹਨੂੰ ਸਬਕ ਸਿਖਾ ਕੇ ਹੁਣ ਤੇ ਅਸੀਂ ਆਵਾਂਗੇ, ਭੀਮ ਚੰਦ ਨੂੰ ਆਵਾਂਗੇ ਜ਼ਰੂਰ। ਸੋ ਇਹ ਭਾਈ ਵਜੀਰ ਤੂੰ ਕੁਝ ਦਿਨ ਇਸ ਆਨੰਦਪੁਰ ਸਾਹਿਬ ਨਗਰੀ ਵਿੱਚ ਵੀ ਵਿਚਰ ਕੇ ਸੈਰ ਕਰ। ਗੁਣ ਗਮਨਾ ਨ੍ਰਿਪ ਨਿਜ ਪਾਹੀ। ਫਿਰ ਆਪਣੇ ਰਾਜੇ ਦੇ ਪਾਸ ਨਾਹਣ ਨੂੰ ਚਲੇ ਜਾਣਾ। ਕੁਝ ਦਿਨ ਸ੍ਰੀ ਆਨੰਦਪੁਰ ਸਾਹਿਬ ਨਗਰੀ ਦਾ ਵੀ ਆਨੰਦ ਮਾਣ। ਏਮ ਕਹਿ ਗੁਰ ਦਰਸ਼ਨ ਦੈ ਕੈ। ਇਸ ਤਰ੍ਹਾਂ ਕਹਿ ਕੇ ਸਤਿਗੁਰਾਂ ਖੁੱਲੇ ਦਰਸ਼ਨ ਦੀਵਾਨ ਵਿੱਚ ਸੰਗਤਾਂ ਨੂੰ ਦਿੱਤੇ। ਸਿੱਖ ਸੰਗਤ ਆਨੰਦ ਕੈ ਕੈ। ਸਾਰੀਆਂ ਸਿੱਖ ਸੰਗਤਾਂ ਦਰਸ਼ਨ ਕਰਕੇ ਬਹੁਤ ਆਨੰਦਿਤ ਹੋਈਆਂ, ਪ੍ਰਸੰਨ ਹੋਈਆਂ। ਇੱਕ ਜਾਮ ਸਭਾ ਮਹਿ ਬੈਸੇ। ਇੱਕ ਪਹਿਰ ਸਤਿਗੁਰੂ ਜੀ ਦੀਵਾਨ ਵਿੱਚ ਸਜੇ ਰਹੇ। ਪਰਵਾਰਤ ਸਾਸ ਉੱਡ ਜੈਸੇ। ਜਿਸ ਤਰ੍ਹਾਂ ਸੱਸ ਨੂੰ ਚੰਦਰਮਾ ਨੂੰ ਤਾਰਿਆਂ ਨੇ ਘੇਰਿਆ ਹੋਇਆ ਹੁੰਦਾ ਹੈ, ਇਸੇ ਤਰ੍ਹਾਂ ਗੁਰਸਿੱਖਾਂ ਤਥਾ ਸੰਗਤ ਰੂਪੀ ਤਾਰਿਆਂ ਵਿੱਚ ਚੰਦਰਮਾ ਵਤ ਸਤਿਗੁਰੂ ਜੀ ਘਿਰੇ ਹੋਏ ਹੈ। ਉਨ ਕਲਗੀ ਧਾਰ ਉੱਠ ਚਾਲੇ। ਕਿਉਂ ਖੁੱਲੇ ਦਰਸ਼ਨ ਦਿਦਾਰੇ ਦੇਣ ਉਪਰੰਤ ਸਤਿਗੁਰੂ ਜੀ ਦੀਵਾਨ ਬਰਖਾਸਤ ਕਰਕੇ ਉੱਠ ਕੇ ਚੱਲ ਪਏ। ਨਿਜ ਪਹੁੰਚੇ ਸਦਨ ਵਿਸਾਲੇ। ਆਪਣੇ ਸਦਨ ਘਰ ਵਿੱਚ ਪਾਤਸ਼ਾਹ ਪਹੁੰਚ ਗਏ। ਗੁਣ ਵਰਣਨ ਕਰਤ ਉਦਾਰੇ। ਗੁਣ ਵਰਣਨ ਕਰਤ, ਗੁਣਾਂ ਨੂੰ ਵਰਣਨ ਕਰਦੇ, ਉਦਾਰ ਸ੍ਰੇਸ਼ਟ ਗੁਣਾਂ ਨੂੰ। ਹਾਲ ਨਿਜ ਨਿਜ ਪਹੁੰਚੇ ਸਾਰੇ। ਸਾਰੇ ਆਪੋ ਆਪਣੇ ਥਾਵਾਂ ਤੇ ਪਹੁੰਚ ਗਏ। ਗੁਰੂ ਉਪਮਾ ਕਰਦੇ ਹੋਏ ਗੁਰਸਿੱਖ ਸਤਿਗੁਰਾਂ ਦੇ ਸੇਵਕ ਸੰਗਤਾਂ ਗੁਰੂ ਉਪਮਾ ਕਰਦਿਆਂ ਹੋਇਆਂ ਆਪੋ ਆਪਣੇ ਸਥਾਨਾਂ ਤੇ ਚਲੇ ਗਏ। ਮਿਲ ਬ੍ਰਿੰਦ ਮਸੰਦ ਬਿਲੰਦੇ। ਬਹੁਤ ਮਸੰਦ, ਜਿਹੜੇ ਵੱਡੇ ਮਸੰਦ ਸਨ, ਜਿਹੜੇ ਹਰ ਸੰਭਵ ਪ੍ਰਯਾਸ ਕਰ ਰਹੇ ਸੀ ਜੰਗ ਨੂੰ ਟਾਲਣ ਦਾ, ਜੰਗ ਟਲ ਜਾਵੇ, ਉਹ ਇਕੱਠੇ ਹੋਏ ਮਸੰਦ। ਸਭ ਗਿਨੀ ਗਾਥ ਹਿਤ ਵੰਦੇ। ਸਾਰਿਆਂ ਨੇ ਹਿਤ ਵਾਲੀ ਗਾਥਾ ਜਿਹੜੀ ਉਹ ਗਿਣੀ ਹੈ, ਭਾਵ ਵਿਚਾਰ ਕੀਤੀ ਹੈ। ਗੁਰ ਚਾੜ ਗਮਨ ਹੈ ਤਿਸ ਦਿਸ਼ਾ। ਕਿ ਜੇ ਸਤਿਗੁਰੂ ਜੀ ਸਾਰਮੌਰ ਦੇਸ਼ ਨਾਹਰ ਨੂੰ ਚੜ ਕੇ ਚਲੇ ਜਾਣ, ਇਹ ਨਿੱਕੀ ਬਾਤ ਵਿਸ਼ੇਸ਼ਾ। ਬਹੁਤ ਨਿੱਕੀ ਗੱਲ ਹੋਵੇਗੀ, ਬੜੀ ਚੰਗੀ ਗੱਲ ਹੋਵੇਗੀ ਜੇ ਸਤਿਗੁਰੂ ਜੀ ਨਾਹਨ ਨੂੰ ਚਲੇ ਜਾਣ। ਨਹਿ ਹੋਏ ਉਤਪਾਤ ਲੜਾਈ। ਫਿਰ ਉਪਦਰਵ ਨਹੀਂ ਹੋਵੇਗਾ। ਜੇ ਸਤਿਗੁਰੂ ਜੀ ਚਲੇ ਜਾਣਗੇ ਤੇ ਲੜਾਈ ਜੰਗ ਨਹੀਂ ਹੋਵੇਗਾ। ਰਿਸ ਦੋਹੇ ਦੇਸ਼ ਤੇ ਮਿਟ ਜਾਈ। ਦੋਵਾਂ ਪਾਸਿਆਂ ਤੋਂ ਰਿਸ ਗੁੱਸਾ ਮਿਟ ਜਾਵੇਗਾ। ਸੁਤ ਵਿਆਹ ਵਿਖੈ ਨ੍ਰਿਪ ਫਾਸਾ। ਕਿਉਂਕਿ ਰਾਜਾ ਭੀਮ ਚੰਦ ਪੁੱਤਰ ਦੇ ਵਿਆਹ ਵਿੱਚ ਫਸਿਆ ਹੋਇਆ ਹੈ। ਨਹਿ ਸ਼ੋਰ ਸਕਹਿ ਮੁਦ ਰਾਸਾ। ਉਹ ਖੁਸ਼ੀ ਦੇ ਮੌਕੇ ਨੂੰ ਛੱਡ ਨਹੀਂ ਸਕਦਾ। ਪੁਰ ਪਰਚੈ ਹੈ ਤਿਤ ਕੋ ਜਾਈ। ਤੇ ਸਤਿਗੁਰੂ ਜੀ ਜੇ ਨਾਹਣ ਨੂੰ ਚਲੇ ਜਾਣ ਤੇ ਉਸ ਦੇਸ਼ ਦੀ ਸੈਰ ਕਰਨ ਵਿੱਚ ਪਰਚ ਜਾਣਗੇ, ਉਧਰ ਹੀ ਪਰਚ ਜਾਣਗੇ।
ਰਮਨੀਕ ਦੇਸ਼ ਬਿਹਰਾਈ। ਤੇ ਜਿਵੇਂ ਵਜ਼ੀਰ ਦਾਸੀ ਰਿਹਾ, ਬੜਾ ਰਮਣੀਕ ਸੋਹਣਾ ਦੇਸ਼ ਹੈ, ਤੇ ਉਸ ਦੇਸ਼ ਵਿੱਚ ਵਿਚਰਨਗੇ। ਠਹਿਰਾਇਓ ਕਰਨ ਪਿਆਨਾ। ਸੋ ਸਤਿਗੁਰਾਂ ਨੇ ਇਹ ਵੀ ਗੱਲ ਠਹਿਰਾ ਲਈ ਹੈ ਕਿ ਨਾਹਣ ਵਿੱਚ ਜਾਵਾਂਗੇ। ਜਾਣ ਦੀ ਸਤਿਗੁਰਾਂ ਨੇ ਗੱਲ ਤੇ ਠਹਿਰਾ ਲਈ, ਜਾਣਾ ਤੇ ਗੁਰਾਂ ਸਵੀਕਾਰ ਕਰ ਲਿਆ ਹੈ। ਆਬ ਕਿਸ ਵਿਦ ਕਰਹਿ ਬਖਾਨਾ। ਸਤਿਗੁਰੂ ਜੀ ਕਹਿੰਦੇ ਅਸੀਂ ਜੰਗ ਕਰਕੇ ਫਿਰ ਜਾਵਾਂਗੇ। ਸੋ ਹੁਣ ਆਪਾਂ ਜਿਵੇਂ ਕਿਵੇਂ ਕਰਕੇ ਤੇ ਸਤਿਗੁਰਾਂ ਨੂੰ ਕਹਿ ਕੇ ਤੇ ਹੁਣੇ ਨਾਹਣ ਵੱਲ ਨੂੰ ਭੇਜੀਏ। ਕੋਈ ਐਸਾ ਯਤਨ ਕਰੀਏ ਤੇ ਕਿਸ ਵਿਦ ਕਰਹਿ ਬਖਾਨਾ, ਕਿਵੇਂ ਗੁਰਾਂ ਨੂੰ ਕਹੀਏ। ਸਲਾਹ ਕਰਦੇ ਮਸੰਦ ਖਿਰੀ ਗੁਜਰੀ ਨਿਕਟ ਸਿਧਾਵਹੁ। ਇਹ ਸਲਾਹ ਹੋਈ ਮਾਤਾ ਗੁਜਰੀ ਜੀ ਕੋਲ ਚੱਲੀਏ। ਰਣ ਮਿਟਹਿ ਸੋ ਘਾਤ ਬਨਾਵਹੁ। ਐਸਾ ਘਾਤ ਦਾ ਬਣਾਈਏ ਜਿਵੇਂ ਜੰਗ ਰੁਕ ਜਾਵੇ। ਸਮਝਾਵਨ ਸੋਤ ਕੋ ਆਈ। ਤੇ ਜਿਸ ਵੇਲੇ ਮਾਤਾ ਗੁਜਰੀ ਜੀ ਪੁੱਤਰ ਕਲਗੀਆਂ ਵਾਲੇ ਨੂੰ ਸਮਝਾਉਣ ਆਉਣਗੇ, ਕੌਣ ਹਮ ਸਭ ਕਹਿ ਹੈ ਬਣਾਈ। ਤੇ ਅਸੀਂ ਵੀ ਉਦੋਂ ਲਾਗੇ ਹੋ ਕੇ ਸਤਿਗੁਰਾਂ ਨੂੰ ਬਣਾ ਕੇ ਸਵਾਰ ਕੇ ਸੁਚੱਜੇ ਢੰਗ ਨਾਲ ਨਾਹਣ ਦੇਸ਼ ਨੂੰ ਜਾਣ ਵਾਸਤੇ ਕਹਾਂਗੇ। ਆਸ ਮਸਲਤ ਕਰ ਸਮੁਦਾਏ। ਉਹ ਮਸੰਦਾਂ ਸਲਾਹ ਕੀਤੀ ਸਾਰਿਆਂ। ਹਿਰੀ ਮਾਤਾ ਕੇ ਢਿਗ ਆਏ। ਤੇ ਮਾਤਾ ਗੁਜਰੀ ਜੀ ਦੇ ਕੋਲ ਆਏ ਮਸੰਦ। ਰੇ ਪਨਾਹਨ ਕੀ ਸਭ ਗਾਥਾ। ਤੇ ਨਾਹਣ ਦੇ ਰਾਜੇ ਦੀ ਸਾਰੀ ਗਾਥਾ ਮਾਤਾ ਜੀ ਨੂੰ ਸੁਣਾਈ ਹੈ, ਕਹੀ ਹੈ। ਕਹਿ ਦੀਨ ਚਾਤੁਰੀ ਸਾਥਾ। ਬੜੀ ਚਤੁਰਾਈ ਨਾਲ ਮਸੰਦਾਂ ਨੇ ਮਾਤਾ ਨੂੰ ਨਾਹਣ ਦੇ ਰਾਜੇ ਦੀ ਸਾਰੀ ਗਾਥਾ ਦੱਸੀ ਹੈ। ਹੁਣ ਮਾਤ ਘਾਤ ਅਬ ਆਈ। ਕਹਿਣ ਲੱਗੇ ਮਾਤਾ ਜੀ ਸੁਣੋ, ਹੁਣ ਘਾਤ ਬਣਿਆ ਹੈ, ਇਹ ਸਮਾਂ ਬਣਿਆ, ਉਚਿਤ ਦਾ ਬਣਿਆ ਹੈ। ਕਹਿ ਬਹੁ ਬੇਦ ਦੇਹੋ ਚੜਾਈ। ਬਹੁਤ ਤਰ੍ਹਾਂ ਨਾਲ ਸਤਿਗੁਰਾਂ ਨੂੰ ਕਹਿ ਕੇ ਤੇ ਨਾਹਣ ਨੂੰ ਚੜਾ ਦਿਓ, ਨਾਹਣ ਨੂੰ ਭੇਜ ਦਿਓ ਗੁਰਾਂ ਨੂੰ। ਹੱਠ ਕਰਹਿ ਲਰਨ ਕੋ ਭਾਰੀ। ਸਤਿਗੁਰੂ ਜੀ ਲੜਨ ਦਾ ਵੱਡਾ ਹਾਠੀ ਕਰੀ ਜਾਂਦੇ ਐ। ਸਮਝਾਏ ਭਲੇ ਦੇਹੋ ਟਾਰੀ। ਇਹ ਭਲੀ ਪ੍ਰਕਾਰ ਗੁਰਾਂ ਨੂੰ ਸਮਝਾ ਕੇ ਨਾਹਣ ਨੂੰ ਭੇਜ ਦਿਓ ਤਾਂ ਕਿ ਜੰਗ ਟਲ ਜਾਵੇ। ਤੁਮ ਕਹੋ ਪ੍ਰਥਮ ਸ਼ੁਭ ਬਾਨੀ। ਪਹਿਲਾਂ ਤੁਸੀਂ ਮਾਤਾ ਸ਼੍ਰੀ ਜੀ ਕਹੋ ਸਤਿਗੁਰਾਂ ਨੂੰ। ਕੌਣ ਹਾਵ ਸਭ ਕਰਹਿ ਬਖਾਨੀ। ਫਿਰ ਲਾਗੋਂ ਅਸੀਂ ਵੀ ਸਾਰੇ ਮਿਲ ਕੇ ਕਹਾਂਗੇ। ਸੁਨ ਮਾਤਾ ਤਾਬ ਸਮਝਾਏ। ਮਸੰਦਾਂ ਦੀ ਗੱਲ ਸੁਣ ਕੇ ਮਾਤਾ ਜੀ ਨੇ ਮਸੰਦਾਂ ਨੂੰ ਸਮਝਾਇਆ। ਲੇਹੋ ਨੰਦ ਹੈ ਚੰਦ ਮਿਲਾਏ। ਗੁਰ ਸਿੱਖੋ, ਜੇ ਤੁਸੀਂ ਸਤਿਗੁਰਾਂ ਨੂੰ ਨਾਹਣ ਵੱਲ ਭੇਜਣਾ ਚਾਹੁੰਦੇ ਹੋ ਤੇ ਆਪਣੇ ਨਾਲ ਤੁਸੀਂ ਭਾਈ ਨੰਦ ਚੰਦ ਨੂੰ ਵੀ ਸ਼ਾਮਲ ਕਰੋ। ਗੁਰੂ ਜੀ ਉਹਦਾ ਬਚਨ ਬੜਾ ਮੰਨਦੇ ਐ। ਪੰਚ ਭਰਾਤਨ ਸੋ ਕਹਿ ਦੀਜੈ। ਤੇ ਪੰਜੇ ਭੂਆ ਪੁੱਤਰ ਜਿਹੜੇ ਭਰਾ ਹਨ ਗੁਰਾਂ ਦੇ ਸੰਗੋ ਸ਼ਾਹਣੀ, ਉਹਨਾਂ ਨੂੰ ਵੀ ਆਪਣੇ ਨਾਲ ਮਿਲਾਓ। ਉਹ ਵੀ ਤੁਹਾਡੀ ਗੱਲ ਵਿੱਚ ਹਾਂ ਮਿਲਾਉਣ। ਢਿਗ ਵਰਤੀ ਸਕਲ ਮਿਲੀਜੈ। ਜਿਨੇ ਗੁਰਾਂ ਦੇ ਨਿਕਟ ਵਰਤੀ ਉਹਨਾਂ ਸਾਰਿਆਂ ਨਾਲ ਪਹਿਲੋਂ ਮਿਲੋ। ਸਭ ਏਕੋ ਬਾਤ ਬਖਾਨੈ। ਤੇ ਸਾਰੇ ਇੱਕੋ ਹੀ ਗੱਲ ਕਹਿਣ, ਇੱਕੋ ਹੀ ਸੁਰ ਵਿੱਚ ਕਿ ਸਤਿਗੁਰੂ ਜੀ ਜੇ ਰਾਜਾ ਯਾਦ ਕਰਦਾ ਤੇ ਤੁਹਾਨੂੰ ਨਾਹਣ ਵਿੱਚ ਸੈਰ ਕਰਾਉਣੀ ਚਾਹੀਦੀ। ਸਾਰੇ ਇੱਕੋ ਹੀ ਗੱਲ ਬੋਲਣ। ਤਬ ਮਾਨੈ ਹੈ ਕਰਹਿ ਪਿਆਨੈ। ਤੇ ਸਾਰਿਆਂ ਦੇ ਕਹਿਣ ਤੋਂ ਸਤਿਗੁਰੂ ਜੀ ਅਵਸ਼ ਹੀ ਮੰਨ ਜਾਣਗੇ ਅਤੇ ਫਿਰ ਨਾਹਣ ਨੂੰ ਪਿਆਨਾ ਕਰਨਗੇ, ਜਾਣਗੇ। ਸੁਨ ਮਾਤ ਬਾਗ ਹਿਤਵੰਤੇ। ਮਾਤਾ ਜੀ ਦੇ ਬਚਨ ਹਿਤ ਵਾਲੇ ਸੁਣੇ। ਮਿਲ ਠਾਨਿਓ ਏਕ ਮਤੰਤੇ। ਮਸੰਦਾਂ ਨੇ ਮਿਲ ਕੇ ਫਿਰ ਇੱਕ ਮਤੰਤ ਜਿਹੜਾ ਹੈ, ਇੱਕ ਸਲਾਹ ਜਿਹੜੀ ਹੈ ਉਹ ਠਹਿਰਾਈ ਹੈ। ਇਮ ਕਹੀ ਸਭਨ ਹੂੰ ਮਾਨੀ। ਜਦੋਂ ਸਾਰਿਆਂ ਵਿੱਚ ਇਹ ਗੱਲ ਕਹੀ ਸਾਰਿਆਂ ਮੰਨ ਲਈ।
ਇਹ ਨੀਕੀ ਬਾਤ ਪ੍ਰਮਾਨੀ। ਇਹ ਬੜੀ ਚੰਗੀ ਗੱਲ ਹੈ, ਪਰ ਵਿਸ਼ੇਸ਼ ਕਰਕੇ ਸਾਰੇ ਸਿਆਣਿਆਂ ਗੁਰਸਿੱਖਾਂ ਮੰਨ ਲਈ ਕਿ ਗੱਲ ਤੇ ਉਚਿਤ ਹੈ। ਜੰਗ ਕੋਈ ਬਹੁਤ ਵੱਡੀ ਜਿਹੜੀ ਹੈ ਉਪਲਬਧੀ ਤੇ ਨਹੀਂ ਹੈ। ਜੰਗ ਕਰਨਾ ਇੱਕ ਖਸ਼ਤਰੀ ਧਰਮ ਹੈ। ਜੰਗ ਕਰਨਾ ਪੈ ਜਾਂਦਾ ਹੈ ਕਿਉਂਕਿ ਗਊ ਗਰੀਬ ਦੀ ਰੱਖਿਆ ਹੇਤੂ ਤਥਾ ਧਰਮ ਦੀ ਖਾਤਰ ਜੰਗ ਕਰਨਾ ਬਣ ਆਉਂਦਾ ਹੈ। ਪਰ ਜੇ ਜੰਗ ਟਲਦਾ ਹੋਵੇ ਤਾਂ ਇਹਦੇ ਨਾਲੋਂ ਵੱਡੀ ਕੋਈ ਦਾਨਸ਼ਮੰਦਤਾ ਵੀ ਨਹੀਂ, ਕਿਉਂਕਿ ਸ਼ਾਂਤੀ ਹਮੇਸ਼ਾ ਹੀ ਲਾਭਕਾਰੀ ਹੁੰਦੀ ਹੈ। ਸੋ ਜੇ ਭੀਮ ਚੰਦ ਆਪਣੇ ਪੁੱਤਰ ਦੇ ਵਿਆਹ ਵਿੱਚ ਮਸ਼ਰੂਫ ਹੈ, ਸਤਿਗੁਰੂ ਜੀ ਨਾਹਣ ਨੂੰ ਚਲੇ ਜਾਣਗੇ ਤੇ ਸੰਭਵਤਾ ਹੈ ਜੰਗ ਸਦੀਵੀ ਟਲ ਸਕਦਾ ਹੈ, ਅਥਵਾ ਨਾ ਵੀ ਸਦੀਵੀ ਟਲਿਆ ਤੇ ਕੁਝ ਕਾਲ ਤੇ ਜੰਗ ਜਿਹੜਾ ਉਹ ਟਲ ਹੀ ਜਾਵੇਗਾ। ਸੋ ਬੜੀ ਭਲੀ ਗੱਲ ਹੈ। ਨਾਲੇ ਨਾਹਣ ਪਤੀ ਨੇ ਬੜੇ ਪ੍ਰੇਮ ਨਾਲ ਗੁਰਾਂ ਨੂੰ ਆਮੰਤਰਿਤ ਕੀਤਾ ਹੈ। ਸੋ ਆਪਾਂ ਸਾਰੇ ਹੀ ਗੁਰਾਂ ਨੂੰ ਬਿਨੈ ਕਰਦੇ ਹਾਂ। ਇਸ ਤਰ੍ਹਾਂ ਸਾਰਿਆਂ ਦੀ ਸਲਾਹ ਬਣੀ ਹੈ ਕਿ ਸਤਿਗੁਰਾਂ ਨੂੰ ਨਾਹਣ ਦੇਸ਼ ਵੱਲ ਨੂੰ ਤੋਰੀਏ। ਇਹ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਸ਼ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਇਮ ਕਹੀ ਸਭਨ ਹੋ ਮਾਨੀ ਇਹ ਨੀਕੀ ਬਾਤ ਪ੍ਰਮਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸੀ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਦਾਸ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਗੁਣ ਨਿਧਾਨ ਜਾਗੈ ਸਦਾ ਵਿਵੇਕ ਪਰੰਪਰ ਹਰ ਹਰੇ ਹੈ ਪੀਓ ਨਹਾਰ ਹੈ ਸੰਤਾ ਕੈ ਸਦਾ ਸੰਗ ਨਿਧਾਰ ਆਧਾਰ ਹੈ ਠਾਕੁਰ ਹਉਦਾਸ ਰੂਪ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੈ ਪਾਰ ਓ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਓ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਹਰਿ ਕੀ ਕਰਗ ਜਾਵੇ ਹਰਿ ਪਾਵਨ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਹਰਿ ਅਕਾਲ ਦੇਵ ਤੇਗ ਫਤਿਹ ਗੁਰੂ ਖਾਲਸੇ ਦੀ ਹਰਮਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।